जिन्हां दी 10,000 तनख्वाह उन्हां दे 7-7 8-8 हज़ार बिजली दे बिल आ रहे ने, पिछे की करनगे। क्यों पंजाब ਨੂੰ ਹੀ ਸਿਰਫ ਇਸ ਦੇ ਉੱਤੇ ਚੁਣਿਆ ਜਾਂਦਾ ਹੈਗਾ ਔਰ ਮੁਫਤ ਵਾਲੇ ਐਲਾਨ ਕਰਕੇ ਹੀ ਵੋਟਰਾਂ ਨੂੰ ਕਿਉਂ ਪ੍ਰਭਾਵਿਤ ਕੀਤਾ? पर गल ये आ किस मुद्दे ते आपां कर रहे सी गलबात ਰੁਜ਼ਗਾਰ ਜਿਹੜਾ ਹੈਗਾ ਉਹ ਜਰਾ ਦਿੱਤਾ ਜਾਵੇ, ਇਹੋ ਜਿਹੀ ਓਪਰਚੁਨਿਟੀਜ਼ ਬਣਾਈਆਂ ਜਾਣ, ਨਾ ਕਿ ਜਿਹੜਾ ਹੈਗਾ ਮੁਫਤਖੋਰੀ ਜਿਹੜੀ ਮੁਫਤਖੋਰੀ ਹੋਰ ਕੋਈ ਦੇ ਕੇ ਦੇਖ ਲਵੇ ਨਾ ਪੰਜਾਬ ਦੇ ਵਿੱਚ। ਬਾਕੀ ਕਿਉਂ ਨਹੀਂ ਦਿੰਦੇ? ਜੇ ਉਹਨਾਂ ਨੂੰ ਇੰਨਾ ਲੱਗਦਾ ਵੀ ਇਹਦੇ ਨਾਲ ਸਰਕਾਰਾਂ ਬਣਦੀਆਂ, ਬਾਕੀ ਕਰਕੇ ਦੇਖ ਲੈਣ। ਕਹਿੰਦੇ ਕਿ ਜੇ 301 ਵੀ ਯੂਨਿਟ ਹੋਗੀ ਤਾਂ ਪੂਰਾ ਦਾ ਪੂਰਾ ਬਿੱਲ ਜਿਹੜਾ ਹੈਗਾ ਉਹ ਵਸੂਲਿਆ ਜਾਊਗਾ। 300 ਯੂਨਿਟ ਮਾਫ ਕਰਨੀ ਵੀ ਤੇ ਬਹੁਤ ਵੱਡੀ ਗੱਲ ਹੈ ਨਾ। ਅਨਮੋਲ ਗਗਨ ਮਾਨ ਖਰੜ ਤੋਂ ਆਪਣੀ ਦਾਅਵੇਦਾਰੀ ਠੋਕਣ ਗਏ ਆ, ਕਿਸੇ ਹੋਰ ਥਾਂ ਤੋਂ ਜਿਹੜੀ ਹੈਗੀ ਆ ਉਹ ਚੋਣ ਲੜੀ ਤੇ ਉਹ ਕਹਿੰਦੇ ਸਾਰੇ ਪੰਜਾਬ ਦੇ ਨੂੰ ਪਿਆਰ ਕਰਦਾ, ਜਿੱਥੇ ਵੀ ਭੇਜਦੀ ਹੈ ਲੋਕਾਂ ਦੀ ਡਿਮਾਂਡ ਆ। ਅਰਵਿੰਦ ਕੇਜਰੀਵਾਲ ਚੰਡੀਗੜ੍ਹ ਦੇ ਵਿੱਚ ਆਏ ਨੇ ਔਰ 3 ਵੱਡੇ ਐਲਾਨ ਕੀਤੇ ਗਏ ਨੇ। ਮੁਫਤ ਬਿਜਲੀ ਦਿੱਤੀ ਜਾਊਗੀ, ਪੁਰਾਣੇ ਬਿਜਲੀ ਦੇ ਬਿੱਲ ਮਾਫ ਹੋਣਗੇ ਤੇ 24 ਘੰਟੇ ਪੰਜਾਬ ਦੇ ਵਿੱਚ ਬਿਜਲੀ ਦੀ ਸਪਲਾਈ ਹੋਊਗੀ ਔਰ ਕਿਹਾ ਕਿ ਇਸ ਦੇ ਨਾਲ ਮਹਿਲਾਵਾਂ ਬਹੁਤ ਖੁਸ਼ ਹੋਣਗੀਆਂ। ਸਾਡੇ ਨਾਲ ਅਨਮੋਲ ਗਗਨ ਮਾਨ ਹੋਣੀ ਮੌਜੂਦ ਨੇ। ਕਿੰਨੀ ਕੁ ਲੱਗਦਾ ਖੁਸ਼ੀ ਅੱਜ ਮਹਿਲਾਵਾਂ ਦੇ ਘਰਾਂ ਦੇ ਵਿੱਚ ਹੋਊ? ਦੇਖੋ ਖੁਸ਼ੀ ਦੀ ਗੱਲ ਹੀ ਹੈ ਕਿ ਐਡੇ ਵੱਡਾ ਐਲਾਨ ਕਰ ਜਾਣਾ, ਤੇ ਵੱਡੀ ਗੱਲ ਇਹ ਆ ਵੀ ਅਰਵਿੰਦ ਜੀ ਜੋ ਕਹਿ ਗਏ ਨੇ ਉਹ ਕਰਨਾ। ਤੇ 300 ਯੂਨਿਟ ਬਿਜਲੀ ਮੁਫਤ ਆ ਹਰ ਪਰਿਵਾਰ ਦੇ ਲਈ, 300 ਯੂਨਿਟ ਜਿਨ੍ਹਾਂ ਦਾ ਬਿੱਲ ਆਉਂਦਾ। ਤੇ ਦੂਸਰੇ ਨੰਬਰ ਉੱਤੇ ਜਿੰਨੇ ਪੁਰਾਣੇ ਬਿਜਲੀ ਦੇ ਬਿੱਲ, ਡੋਮੈਸਟਿਕ ਬਿੱਲ ਜਿੰਨੇ ਵੀ ਲੋਕਾਂ ਦੇ ਪਏ ਆ ਸਭ ਮਾਫ ਹੋਣਗੇ, ਬਿਜਲੀ ਦਾ ਕੱਟ ਨਹੀਂ ਲੱਗੂਗਾ। ਅੱਜ ਸਾਡੀ 5 ਦਰਿਆਵਾਂ ਦੀ ਧਰਤੀ ਉੱਤੇ ਜਿੱਥੇ ਅਸੀਂ ਖੁਦ ਬਿਜਲੀ ਪ੍ਰੋਡਿਊਸ ਕਰਦੇ ਹਾਂ, ਲੋਕ ਬਿਜਲੀ ਦੇ ਕੱਟਾਂ ਕਰਕੇ ਸੜਕਾਂ ਤੇ ਬੈਠੇ ਨੇ, ਬਿਜਲੀ ਦੇ ਬਿੱਲ ਭਰੇ ਨਹੀਂ ਜਾ ਰਹੇ। ਕਿਸੇ ਦੇ ਘਰ 'ਚ 5-5 ਸਾਲਾਂ ਤੋਂ ਪਿੱਛੇ ਮੈਂ ਇੱਕ ਲੇਡੀ ਦੇ ਘਰ ਸੋਲਰ ਸਿਸਟਮ ਅਸੀਂ ਲਗਵਾਇਆ ਸੀ, ਉਹ ਪਤਾ ਨਹੀਂ ਕਿੰਨੇ ਸਾਲਾਂ ਤੋਂ 15 ਸਾਲਾਂ ਤੋਂ ਹਨੇਰੇ ਵਿੱਚ ਰਹਿ ਰਹੀ ਸੀ। ਲੋਕਾਂ ਦੇ ਘਰ ਕਈ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਕਨੈਕਸ਼ਨ ਪੱਟ ਲਏ ਗਏ ਨੇ। ਸੋ ਇੰਨੇ ਮਾੜੇ ਹਾਲਾਤ ਦੇ ਵਿੱਚ ਜਿੱਥੇ ਜਿਨ੍ਹਾਂ ਦੀ 10,000 ਤਨਖਾਹ ਉਹਨਾਂ ਦੇ 7-7 8-8 ਹਜ਼ਾਰ ਬਿਜਲੀ ਦੇ ਬਿੱਲ ਆ ਰਹੇ ਨੇ, ਪਿੱਛੇ ਕੀ ਕਰਨਗੇ? ਸੋ ਜਿਹੜੇ ਇਹ ਅਨਾਊਂਸਮੈਂਟਸ ਕੀਤੀਆਂ ਗਈਆਂ, ਇਹ ਤੋਂ ਵੱਡੀ ਰਾਹਤ ਤੇ ਖੁਸ਼ੀ ਦੀ ਗੱਲ ਕਿਉਂਕਿ ਪੁਰਾਣੇ ਬਿੱਲ ਮਾਫ ਕਰ ਦੇਣੇ ਉਹ ਬਹੁਤ ਵੱਡੀ ਗੱਲ ਆ। ਤੇ ਜੋ ਵੀ ਕਹਿ ਕੇ ਗਏ ਨੇ ਓਬਵੀਅਸਲੀ ਉਹ ਕਰਾਂਗੇ ਜਦੋਂ 2022 ਦੇ ਵਿੱਚ ਸਰਕਾਰ ਬਣਦੀ ਹੈ ਜੀ। ਜੀ ਇਹੀ ਜੀ ਕੁਝ ਵਾਅਦੇ ਜਿਹੜੇ ਹੈਗੇ ਨੇ ਉਹ ਫਿਰ ਭਾਵੇਂ ਕਾਂਗਰਸ ਹੋਵੇ ਭਾਵੇਂ ਅਕਾਲੀ ਦਲ ਹੋਵੇ ਉਹਨਾਂ ਦੇ ਵੱਲੋਂ ਵੀ ਕੀਤੇ ਜਾਂਦੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਵੀ ਵਾਅਦਾ ਕੀਤਾ ਸੀ ਕਿਸਾਨਾਂ ਦਾ ਕਰਜ਼ਾ ਮਾਫ ਹੋਊਗਾ, ਬਹੁਤ ਸਾਰੇ ਕਿਸਾਨਾਂ ਨੇ ਕਰਜ਼ਾ ਹੀ ਨਹੀਂ ਭਰਿਆ ਸੀਗਾ ਔਰ ਉਸ ਤੋਂ ਬਾਅਦ ਜ਼ਮੀਨਾਂ ਦੀ ਕੁਰਕਰੀ ਹੋ ਗਈ, ਉਹਨਾਂ ਦੀ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਉਹ ਜ਼ਬਤ ਹੋ ਗਈਆਂ। ਤਾਂ ਕਿਉਂ ਸਰਕਾਰਾਂ ਸਿਰਫ ਮੁਫਤਖੋਰੀ ਦੇ ਉੱਤੇ ਹੀ ਐਲਾਨ ਕਰਦੀਆਂ ਹੈਗੀਆਂ ਨੇ? ਹੋਰ ਕਿਉਂ ਨਹੀਂ ਬਹੁਤ ਸਾਰੇ ਮੁੱਦੇ ਹੁੰਦੇ ਨੇ ਉਹਨਾਂ ਵੱਲ ਕਿਉਂ ਨਹੀਂ ਧਿਆਨ ਦਿੰਦੀਆਂ ਹੈਗੀਆਂ? ਕਿਉਂ ਪੰਜਾਬ ਨੂੰ ਹੀ ਸਿਰਫ ਇਸ ਦੇ ਉੱਤੇ ਚੁਣਿਆ ਜਾਂਦਾ ਹੈਗਾ ਔਰ ਮੁਫਤ ਵਾਲੇ ਐਲਾਨ ਕਰਕੇ ਹੀ ਵੋਟਰਾਂ ਨੂੰ ਕਿਉਂ ਪ੍ਰਭਾਵਿਤ ਕੀਤਾ ਜਾਂਦਾ? ਬਿਲਕੁਲ ਤੁਹਾਡੀ ਗੱਲ ਠੀਕ ਆ। ਮੁਫਤਖੋਰੀ ਦੀ ਆਦਤ ਕਿਸੇ ਨੂੰ ਵੀ ਨਹੀਂ ਪਾਉਣੀ ਚਾਹੀਦੀ ਹੈ। ਲੋਕ ਵੀ ਇਹ ਕਹਿੰਦੇ ਆ ਵੀ ਅਸੀਂ ਪੈਸੇ ਭਰਾਂਗੇ ਪਰ ਸਾਡੀ ਜੇਬ 'ਚ ਇਨਕਮ ਹੋਣੀ ਚਾਹੀਦੀ ਆ, ਸਾਡਾ ਬਜਟ ਸੈੱਟ ਹੋਣਾ ਚਾਹੀਦਾ। ਇਹਦੇ ਵਿੱਚ ਵੀ ਆ ਜਿਹੜੇ ਦੇਖੋ ਇੱਕ ਵਾਰੀ ਜਦੋਂ ਕੋਈ ਵੀ ਸਰਕਾਰ ਬਣਦੀ ਆ ਆਉਣ ਸਾਰ ਤੁਸੀਂ ਪਹਿਲਾਂ ਲੋਕਾਂ ਦੀ ਜੇਬ 'ਚ ਪੈਸਾ ਪਾਓਗੇ ਨਾ। ਰੁਜ਼ਗਾਰ ਜ਼ਿਆਦਾ ਬੈਟਰ ਨਹੀਂ ਹੋਊਗਾ ਆਪਸ਼ਨ? ਦੱਸਦੀ ਮੈਂ, ਮੇਰਾ ਜਵਾਬ ਪੂਰਾ ਹੋ ਲੈਣ ਦਿਓ। ਜਦੋਂ ਇੱਕ ਵਾਰ ਕੋਈ ਵੀ ਸਰਕਾਰ ਬਣਦੀ ਆ ਉਹਨੇ ਰੁਜ਼ਗਾਰ ਇੱਕਦਮ ਆ ਕੇ, ਇੱਕ ਸਰਕਾਰ ਆਈ ਉਹ ਇੱਕਦਮ ਟੀਚਰਸ ਨੂੰ ਰੁਜ਼ਗਾਰ ਦੇ ਸਕਦੀ ਆ, ਉਹ ਇੱਕਦਮ ਆ ਕੇ ਨਰਸਿਸ ਨੂੰ ਪੱਕਾ ਕਰ ਸਕਦੀ ਆ, ਡਾਕਟਰਸ ਨੂੰ ਪੱਕਾ ਕਰ ਸਕਦੀ ਹੈ। ਇੱਕ ਹੁੰਦਾ ਰੁਜ਼ਗਾਰ ਲਈ ਇੱਕ ਪ੍ਰੋਜੈਕਟ ਲਾਉਣੇ ਜਿਹਦੇ 'ਚ ਬੇਰੁਜ਼ਗਾਰ ਨੌਜਵਾਨਾਂ ਨੂੰ ਪ੍ਰਾਈਵੇਟ ਵੀ ਜਿਹੜੀਆਂ ਅੱਛੀਆਂ ਕੰਪਨੀ, ਸਰਕਾਰੀ ਕੰਪਨੀਆਂ ਖੋਲ੍ਹ ਕੇ ਉੱਥੇ ਜਿਹੜੇ ਨੌਜਵਾਨਾਂ ਨੂੰ ਭਰਤੀ ਕਰਨਾ। ਪਰ ਗੱਲ ਇਹ ਆ ਕਿਸ ਮੁੱਦੇ ਤੇ ਆਪਾਂ ਕਰ ਰਹੇ ਸੀ ਗੱਲਬਾਤ, ਇਹ ਕਿ ਰੁਜ਼ਗਾਰ ਜਿਹੜਾ ਹੈਗਾ ਉਹ ਜਰਾ ਦਿੱਤਾ ਜਾਵੇ, ਇਹੋ ਜਿਹੀ ਓਪਰਚੁਨਿਟੀਜ਼ ਬਣਾਈਆਂ ਜਾਣ, ਨਾ ਕਿ ਜਿਹੜਾ ਹੈਗਾ ਮੁਫਤਖੋਰੀ ਜਿਹੜੀ ਹੈਗੀ ਉਹ। ਬਿਲਕੁਲ। ਤੇ ਇਹਦੇ ਵਿੱਚ ਇਹ ਆ ਕਿ ਜਦੋਂ ਇੱਕ ਸਰਕਾਰ ਆਉਂਦੀ ਹੈ, ਦੇਖੋ ਪਹਿਲਾਂ ਆਉਣ ਸਾਰ ਲੋਕਾਂ ਦੀ ਜੇਬ ਦੇ ਵਿੱਚ ਪੈਸਾ ਪਾਉਣਾ ਜ਼ਰੂਰੀ ਆ। ਉਹਨਾਂ ਨੂੰ ਇੱਕ ਵਾਰ ਲੱਗੇ ਵੀ ਸਾਡਾ ਘਰ ਚੱਲਦਾ ਹੋ ਗਿਆ। ਆਉਣ ਸਾਰ ਆਪਾਂ ਪਹਿਲਾਂ ਪ੍ਰੋਜੈਕਟਸ ਦੀ ਵੇਟ ਕਰੀਏ, ਆਉਣ ਸਾਰ ਆਪਾਂ ਇਹ ਦੇਖੀ ਪਹਿਲਾਂ ਵੱਡੇ ਉਦੋਂ ਤੱਕ ਲੋਕ ਭੁੱਖੇ ਮਰ ਜਾਣ। ਪਹਿਲਾਂ ਤੁਸੀਂ ਆਓ ਲੋਕਾਂ ਨੂੰ, ਨਾਲੇ ਇਹਦੇ ਵਿੱਚ ਇਹ ਆ ਵੀ ਇੱਕ ਲਿਮਿਟ ਤੋਂ ਬਾਅਦ ਤੁਹਾਨੂੰ ਇੱਕ ਹੱਦ ਤੱਕ ਘੱਟ ਬਿੱਲ ਆਊਗਾ ਤੇ ਉਹਨੂੰ ਲੋਕ, ਜਦੋਂ ਲੋਕਾਂ ਦੀ ਜੇਬ 'ਚ ਪੈਸਾ ਹੀ ਹੈ ਨਹੀਂ, ਆਪਾਂ ਆ ਕੇ ਉਹਨਾਂ ਨੂੰ ਕੋਈ ਅਸੀਂ ਉਹਨਾਂ ਦੀ ਜੇਬ ਤੋਂ ਪੈਸਾ ਕਢਾਉਣਾ। ਘੱਟ ਬਿੱਲ ਨਹੀਂ ਆਊਗਾ, ਕਹਿੰਦੇ ਕਿ ਜੇ 301 ਵੀ ਯੂਨਿਟ ਹੋਗੀ ਤਾਂ ਪੂਰਾ ਦਾ ਪੂਰਾ ਬਿੱਲ ਜਿਹੜਾ ਹੈਗਾ ਉਹ ਵਸੂਲਿਆ ਜਾਊਗਾ। 300 ਯੂਨਿਟ ਮਾਫ ਕਰਨੀ ਵੀ ਤੇ ਬਹੁਤ ਵੱਡੀ ਗੱਲ ਆ ਨਾ। 300 ਯੂਨਿਟ ਮਾਫ ਹੋ ਜਾਣੀ, 300 ਤੱਕ ਆਉਂਦਾ ਤੇ ਇਹ ਤੋਂ ਜਿਹੜੀ ਡਿਟੇਲਡ ਇਨਫੋਰਮੇਸ਼ਨ ਉਹ ਵੀ ਸ਼ੇਅਰ ਕੀਤੀ ਜਾਊਗੀ ਮੈਨੀਫੈਸਟੋ ਦੇ ਵਿੱਚ ਵੀ ਕੀ ਸਿਸਟਮ ਹੋਊਗਾ, ਕਿੱਥੋਂ ਤੱਕ ਕੀ ਹੋਊਗਾ। ਸੋ ਗੱਲ ਇਹ ਆ ਵੀ ਮੁਫਤ ਖੇਰੀ ਨਹੀਂ, ਲੋਕਾਂ ਨੂੰ ਅਗਲਾ ਜਿਹੜਾ ਉਹਨਾਂ ਨੇ ਕਿਹਾ ਵੀ ਅਸੀਂ ਅਗਲੀ ਗਰੰਟੀ ਕਰਾਂਗੇ, ਉਹਦੇ ਵਿੱਚ ਅਸੀਂ ਲੋਕਾਂ ਨੂੰ ਇਹ ਚੀਜ਼ ਦੱਸਣੀ ਆ ਵੀ ਅਸੀਂ ਰੁਜ਼ਗਾਰ ਜਿਹੜਾ ਕਿਵੇਂ ਪੈਦਾ ਕਰਾਂਗੇ ਸਾਰਾ ਕੁਝ। ਸੋ ਇਹ ਮੇਰਾ ਸਵਾਲ ਉਹੀ ਸੀਗਾ ਨਾ ਕਿ ਜਿਹੜਾ ਪਹਿਲੀ ਗਰੰਟੀ ਜਿਹੜੀ ਹੋਣੀ ਚਾਹੀਦੀ ਸੀਗੀ ਉਹ ਰੁਜ਼ਗਾਰ ਦੇ ਉੱਤੇ ਹੋਣੀ ਚਾਹੀਦੀ ਸੀਗੀ, ਉਹ ਇੰਪਲੋਇਮੈਂਟ ਕ੍ਰੀਏਸ਼ਨ ਦੇ ਉੱਤੇ ਹੋਣੀ ਚਾਹੀਦੀ ਸੀਗੀ, ਉਹ ਡਿਵੈਲਪਮੈਂਟ
ਡਿਵੈਲਪਮੈਂਟ ਦੇ ਉੱਤੇ ਹੋਣੀ ਚਾਹੀਦੀ ਸੀਗੀ, ਪਰ ਉਹ ਪਹਿਲੀ ਗਰੰਟੀ ਜਿਹੜੀ ਹੈਗੀ ਹੈ ਉਹ ਕਿਤੇ ਨਾ ਕਿਤੇ ਵੋਟਰਾਂ ਨੂੰ ਲੁਭਾਉਣ ਵਾਸਤੇ ਮੁਫਤ ਜਿਹੜੀ ਹੈਗੀ ਹੈ ਦਿੱਤੀ ਜਾ ਰਹੀ ਹੈ। ਤੁਹਾਨੂੰ ਲੱਗਦਾ ਕਿ ਇਹ ਆਖਿਰ ਦੇ ਵਿੱਚ ਕਰ ਦਿੰਦੇ ਤਾਂ ਵੀ ਫਿਰ ਵੀ ਆਪਾਂ ਮੰਨ ਸਕਦੇ ਸੀ, ਇਸ ਨੂੰ ਫਿਰ ਵੀ ਆਪਾਂ ਐਕਨੋਲਜ ਕਰ ਸਕਦੇ ਸੀਗੇ, ਪਰ ਪਹਿਲੀ ਗਰੰਟੀ ਹੀ ਮੁਫਤਖੋਰੀ ਦੇਣੀ ਇਹ ਕਿਤੇ ਨਾ ਕਿਤੇ ਤਾਂ ਸਿੱਧਾ ਨਹੀਂ, ਮੁਫਤਖੋਰੀ ਹੋਰ ਕੋਈ ਦੇ ਕੇ ਦੇਖ ਲਵੇ ਨਾ। ਪੰਜਾਬ ਦੇ ਵਿੱਚ ਬਾਕੀ ਕਿਉਂ ਨਹੀਂ ਦਿੰਦੇ? ਜੇ ਉਹਨਾਂ ਨੂੰ ਇੰਨਾ ਐ ਲੱਗਦਾ ਵੀ ਇਹਦੇ ਨਾਲ ਸਰਕਾਰਾਂ ਬਣਦੀਆਂ, ਬਾਕੀ ਕਰਕੇ ਦੇਖ ਲੈਣ। ਬਾਕੀਆਂ ਦਾ ਜਿਗਰਾ ਕਿਉਂ ਨਹੀਂ ਹੈਗਾ ਦੇਣ ਦਾ? ਉਹਨਾਂ ਨੇ ਕਿਹਾ ਵੀ ਲੋਕਾਂ ਦਾ ਪੈਸਾ ਇੱਕ ਵਾਰੀ ਲੋਕਾਂ ਨੂੰ ਰਾਹਤ ਤੇ ਮਿਲੇ ਨਾ। ਲੋਕਾਂ ਦੇ ਘਰਾਂ ਦੇ ਵਿੱਚ ਪੱਖੇ ਹੈ ਨਹੀਂ, ਮੈਂ ਤੁਹਾਨੂੰ ਦੱਸਿਆ ਵੀ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਹੈ ਨਹੀਂ, ਲੋਕਾਂ ਦੇ ਬਿੱਲ ਮਾਫ ਹੋਣਗੇ ਤਾਂ ਉਹਨਾਂ ਦੇ ਮੀਟਰ ਲੱਗਦਾ ਤਾਂ ਹੋ ਜਾਊਗਾ। ਉਹਦੇ ਕਿਸੇ ਦੇ ਘਰੇ ਬਿੱਲ ਮਾਫ ਨਹੀਂ ਹੋਇਆ ਤੇ ਮੀਟਰ ਪੱਟਿਆ ਹੋਇਆ, 15 ਸਾਲ ਦੀ ਲੇਡੀ ਤੋਂ ਹਨੇਰੇ 'ਚ ਰਹਿ ਰਹੀ ਆ, ਤੇ ਅਸੀਂ ਜਾ ਕੇ ਜੇ ਉਹਨਾਂ ਦੀ ਹੈਲਪ ਕੀਤੀ, ਉਹੀ ਹੈਲਪ ਕਰਨ ਵਾਲੀ ਗੱਲ ਹੁੰਦੀ ਵੀ ਇੱਕ ਵਾਰੀ ਸਿਸਟਮ ਸੈੱਟ ਕੀਤਾ ਜਾਵੇ, ਰੁਜ਼ਗਾਰ ਪੈਦਾ ਕੀਤਾ ਜਾਵੇ। ਇਹ ਚੀਜ਼ ਇਹ ਨਹੀਂ ਹੁੰਦੀ ਵੀ ਆਉਣ ਸਾਰ ਇੱਕਦਮ ਪਾਸਾ ਪਲਟ ਜਾਂਦਾ ਹੁੰਦਾ। ਆਉਣ ਸਾਰ ਕਰਪਸ਼ਨ ਬੰਦ ਹੋ ਸਕਦੀ ਹੈ, ਆਉਣ ਸਾਰ ਮਾਫੀਏ ਬੰਦ ਹੋ ਜਾਣਗੇ, ਹੌਲੀ ਹੌਲੀ ਸਿਸਟਮ ਸੈੱਟ ਕੀਤਾ ਜਾਊਗਾ, ਉਦਯੋਗ ਲਾਏ ਜਾਣਗੇ, ਖੇਤੀਬਾੜੀ ਵੇਸਟ ਲਾਏ ਜਾਣਗੇ, ਪਸ਼ੂ ਪਾਲਣ 'ਚ, ਡੇਅਰੀ ਦੇ ਵਿੱਚ ਬਹੁਤ ਕੁਝ ਹੋ ਸਕਦਾ। ਲੇਬਰ ਵਰਗ ਵੀ, ਜਦੋਂ ਕਿਸਾਨ ਦੀ ਜੇਬ 'ਚ ਪੈਸਾ, ਆਪਣੇ ਆਪ ਉਹਨੇ ਲੇਬਰ ਨੂੰ ਪੈਸਾ ਜ਼ਿਆਦਾ ਦੇਣਾ। ਜਦੋਂ ਕਿਸਾਨ ਦੀ ਜੇਬ 'ਚ ਪੈਸਾ, ਉਹਨੇ ਜਾ ਕੇ ਡਿਮਾਂਡ ਦੁਕਾਨਾਂ ਤੇ ਜ਼ਿਆਦਾ ਕਰਨੀ ਆ, ਫੈਕਟਰੀਆਂ ਦੇ ਵਿੱਚ ਮਾਲ ਪੈਦਾ ਹੋਊਗਾ, ਕਿਉਂਕਿ ਖਰੀਦਦਾਰ ਆ ਗਏ ਨੇ, ਖਰੀਦਦਾਰ ਵੱਧ ਗਏ ਨੇ। ਸੋ ਗੱਲ ਇਹ ਨਹੀਂ ਵੀ ਇਕੱਲੀ ਬਿਜਲੀ ਫ੍ਰੀ ਦਿੱਤੀ ਜਾਊਗੀ, ਚਾਹੇ ਉਹ ਸਿੱਖਿਆ ਦੇ ਵਿੱਚ ਉਹਦੇ ਵਿੱਚ ਵੀ ਸਹੂਲਤਾਂ ਪੈਦਾ ਕੀਤੀਆਂ ਜਾਣਗੀਆਂ ਜਿੰਨੀਆਂ ਵੀ ਕਰ ਸਕਦੇ ਆ। ਜਿੱਥੇ ਫ੍ਰੀ ਦੇਣ ਦੀ ਲੋੜ ਪਊ ਤੇ ਦੇਊਗੀ ਲੋਕਾਂ ਨੂੰ। ਜਿੱਥੋਂ ਲੋਕ, ਤੁਹਾਨੂੰ ਲੱਗਦਾ ਪੈਸਾ ਨਹੀਂ ਦਿੰਦੇ ਪੰਜਾਬ ਦੇ? ਜੇ ਅੱਜ ਕੁਝ ਫ੍ਰੀ ਵੀ ਦਿੱਤਾ ਜਾਂਦਾ ਤਾਂ ਲੋਕ ਹਰ ਚੀਜ਼ ਉੱਤੇ ਪੈਸਾ ਦਿੰਦੇ ਪਏ ਆ, ਜਿੰਨਾ ਸਰਕਾਰ ਦੇ ਸਕਦੀ ਹੈ ਦੇਣਾ ਚਾਹੀਦਾ। ਪਰ ਲੋਕ ਕੀ, ਤੁਹਾਨੂੰ ਲੱਗਦਾ ਵੀ ਬਿਨਾਂ ਟੈਕਸ ਤੋਂ ਸਰਕਾਰਾਂ ਚੱਲਦੀਆਂ ਪਈਆਂ? ਜਿਹੜਾ 1.5 ਲੱਖ ਕਰੋੜ ਦਾ ਖਜ਼ਾਨਾ ਭਰਿਆ, ਇਹ ਲੋਕਾਂ ਨੇ ਪੈਸੇ ਹੀ ਦਿੱਤੇ, ਡੀਜ਼ਲ ਤੇ ਥੋੜਾ, ਹੋਰ ਚੀਜ਼ਾਂ ਥੋੜਾ। ਜੋ ਫ੍ਰੀ ਮਿਲਦਾ ਚੰਗੀ ਗੱਲ ਆ, ਹੋਰ ਪਾਸੇ ਤਾਂ ਸਵਾਲ ਹੈ। ਲੋਕੀ ਕਹਿੰਦੇ ਨੇ ਕਿ ਕੇਂਦਰ ਦੇ ਰੂਲਸ ਨੇ ਨਾ, ਲੋਕੀ ਕਹਿੰਦੇ ਹੈਗੇ ਨੇ ਕਿ ਜੋ ਸਾਡਾ ਟੈਕਸ ਹੈਗਾ ਉਹ ਸਹੀ ਜਗ੍ਹਾ ਦੇ ਉੱਤੇ ਇਸਤੇਮਾਲ ਕੀਤਾ ਜਾਵੇ, ਐਜੂਕੇਸ਼ਨ ਦੇ ਵਿੱਚ ਇਸਤੇਮਾਲ ਹੋਵੇ, ਹੈਲਥ ਸਿਸਟਮ ਦੇ ਵਿੱਚ ਉਹ ਇਸਤੇਮਾਲ ਹੋਵੇ, ਹੋਰ ਥਾਵਾਂ ਦੇ ਉੱਤੇ ਇਸਤੇਮਾਲ ਹੋਵੇ, ਨਾ ਕਿ ਸਰਕਾਰਾਂ ਵਾਅਦਾ ਜਿਹੜੀਆਂ ਹੈਗੀਆਂ ਉਹ ਮੁਫਤ ਕਰਕੇ ਉਹਨਾਂ ਦੇ ਵਿੱਚ ਇਸਤੇਮਾਲ ਕਰੇ। ਖੈਰ, ਇੰਪਲੀਮੈਂਟ ਤੁਹਾਨੂੰ ਕੀ ਲੱਗਦਾ ਕਿਵੇਂ ਹੋਊਗਾ? ਕਿਉਂਕਿ ਖਜ਼ਾਨਾ ਖਾਲੀ ਹੈਗਾ, ਮੈਂ ਤੁਹਾਡੀ ਗੱਲ, ਸਰਕਾਰਾਂ ਰੋਂਦੀਆਂ ਨੇ, ਕਹਿੰਦੀਆਂ ਪਿੱਟਦੀਆਂ ਨੇ ਕਿ ਪੀਪਾ ਬਣਿਆ ਹੋਇਆ, ਤਾਂ ਕਿਵੇਂ ਇਸ ਦੇ ਪੀਪੇ ਦੇ ਵਿੱਚੋਂ ਇਹ ਐਲਾਨ ਜਿਹੜੇ ਹੈਗੇ ਨੇ? ਦੇਖੋ, ਤੁਸੀਂ ਕਿਹਾ ਵੀ ਹੈਲਥ ਸਿਸਟਮ ਅੱਛਾ ਹੋਣਾ ਚਾਹੀਦਾ, ਐਜੂਕੇਸ਼ਨ ਅੱਛੀ ਹੋਣੀ ਚਾਹੀਦੀ ਹੈ। ਜੇ ਦਿੱਲੀ 'ਚ 200 ਯੂਨਿਟ ਫ੍ਰੀ ਹੈ, ਕੀ ਉੱਥੇ ਹੈਲਥ ਸਿਸਟਮ ਅੱਛਾ ਨਹੀਂ? ਹਸਪੀਟਲ ਜਾ ਕੇ ਕਿੱਦਾਂ ਦੇ ਆ, 20-20 ਲੱਖ ਦੇ ਇਲਾਜ ਵੀ ਮੁਫਤ 'ਚ ਹੁੰਦੇ ਆ। ਕਿ ਦਿੱਲੀ ਦੇ ਵਿੱਚ ਐਜੂਕੇਸ਼ਨ ਸਿਸਟਮ ਅੱਛਾ ਨਹੀਂ ਆ? ਦੂਰੋਂ ਸਿੱਖਿਆ ਮੰਤਰੀ ਦੂਸਰੇ ਕੰਟਰੀਜ਼ ਦੇ ਆ ਰਹੇ ਨੇ, ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਵਾਈਫ ਦੇਖਣ ਆਉਂਦੀ ਪਈ ਆ। ਤੇ ਐਜੂਕੇਸ਼ਨ ਸਿਸਟਮ ਵੀ ਬਹੁਤ ਅੱਛਾ, ਕਿੰਨੀ ਐਡਵਾਂਸ ਟੈਕਨੋਲੋਜੀ, ਇਨਫਰਾਸਟ੍ਰਕਚਰ ਕਿੰਨਾ ਜ਼ਬਰਦਸਤ ਆ। ਕੰਪੇਅਰ ਟੂ ਪੰਜਾਬ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਿੱਥੇ 19,000 ਸਕੂਲ ਨੇ, ਦਿੱਲੀ ਦੇ ਵਿੱਚ 900 ਹੈਗੇ ਨੇ। ਹੈਲਥ ਸਿਸਟਮ ਉੱਥੇ ਵਧੀਆ ਹੈਗਾ, ਔਰ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਕਮਰਸ਼ੀਅਲ ਹੱਬ ਹੈਗਾ, ਐਮਬੈਸੀਜ਼ ਉੱਥੇ ਹੈਗੀਆਂ ਨੇ, ਬਹੁਤ ਸਾਰੇ ਵੱਡੇ ਸ਼ੋਰੂਮਸ ਹੈਗੇ ਨੇ, ਕਾਰਖਾਨੇ ਹੈਗੇ ਨੇ। ਇਹ ਚੀਜ਼ਾਂ ਜਦੋਂ ਅਸੀਂ ਪੰਜਾਬ ਨਾਲ ਕੰਪੇਅਰ ਕਰਦੇ ਹਾਂ ਤਾਂ ਕੀ ਲੱਗਦਾ ਹੈਗਾ ਪੰਜਾਬ ਦੇ ਵਿੱਚ ਉਹ ਆਮਦਨ ਕਿਵੇਂ ਕ੍ਰੀਏਟ ਕੀਤੀ ਜਾਊਗੀ ਔਰ ਉਸ ਦੇ ਬਰਾਬਰ ਕਿਵੇਂ ਕੰਮ ਕੀਤਾ ਜਾਊਗਾ? ਦੇਖੋ, ਪਹਿਲੀ ਗੱਲ ਕਿ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਪੰਜਾਬ ਦੇ ਵਿੱਚ ਆਮਦਨ ਕ੍ਰੀਏਟ ਕਰਨੀ ਕੋਈ ਔਖੀ ਗੱਲ ਨਹੀਂ ਆ। ਪੰਜਾਬ ਦੇ ਵਿੱਚ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪੰਜਾਬ ਨੂੰ ਕਿਸੇ ਟਾਈਮ, ਕਿ ਜਿਹੜੀ ਦੁਨੀਆ ਨੂੰ ਅੰਨ ਦੇਣ ਵਾਲੀ ਪੰਜਾਬ ਦੀ ਸਭ ਤੋਂ ਵੱਡੀ ਤਾਕਤ ਹੈਗੀ ਆ। ਇੱਕ ਇਹਦੀ ਖੇਤੀਬਾੜੀ, ਇੱਕ ਦਾ ਡੇਅਰੀ ਸਿਸਟਮ। ਅੱਜ ਨਿਊਜ਼ੀਲੈਂਡ ਡੇਅਰੀ ਸਿਸਟਮ ਤੇ ਬੇਸ ਉੱਤੇ ਕਿੰਨਾ ਆਪਣਾ ਖਜ਼ਾਨਾ ਭਰ ਰਿਹਾ। ਸਾਡੇ ਘਰ ਘਰ ਦੇ ਵਿੱਚ ਲੋਕ ਮੱਝਾਂ ਪਾਲਣ ਦੇ ਐਕਸਪਰਟ ਨੇ। ਇਹਨੂੰ ਕਿਉਂ ਨਹੀਂ ਯੂਟਿਲਾਈਜ਼ ਕੀਤਾ ਗਿਆ? ਕਿਉਂ ਨਹੀਂ ਕੋਆਪਰੇਟਿਵ ਸਿਸਟਮ ਬਣਾਇਆ ਗਿਆ? ਕਿਉਂ ਸਾਨੂੰ ਦੁੱਧ ਦੀ ਕੀਮਤ ਮਿਲਦੀ ਹੈ? ਕਿਉਂ ਨਹੀਂ ਪਨੀਰ ਦੀ ਕੀਮਤ ਸਰਕਾਰ ਦਿੰਦੀ ਕਿਸਾਨ ਨੂੰ? ਕਿਉਂ ਸਾਨੂੰ ਕਣਕ ਦੀ ਕੀਮਤ ਮਿਲਦੀ ਹੈ? ਕਿਉਂ ਨਹੀਂ ਸਾਨੂੰ ਆਟਾ ਪੈਕ ਹੋ ਕੇ ਕੀਮਤ ਮਿਲਦੀ? ਕਿਉਂ ਸਾਨੂੰ ਟਮਾਟਰ ਦੀ ਕੀਮਤ ਮਿਲਦੀ ਹੈ? ਕਿਉਂ ਸੌਸ ਦੀ ਨਹੀਂ ਮਿਲਦੀ? ਕਿਉਂ ਚਿਪਸ ਦੀ ਨਹੀਂ ਮਿਲਦੀ? ਸੋ ਗੱਲ ਇਹ ਆ ਵੀ ਸਿਸਟਮ ਹੋਣਾ ਚਾਹੀਦਾ, ਕੋਈ ਟੈਕਨੋਲੋਜੀ ਹੋਣੀ ਚਾਹੀਦੀ ਆ। ਸਾਰਾ ਕੁਝ ਹੋ ਜਾਂਦਾ, ਸਾਰਾ ਕੁਝ ਪੋਸੀਬਿਲਿਟੀ ਹੈਗੀਆਂ ਨੇ। ਮਾਫੀਏ ਬੰਦ ਹੋਣ ਤੇ ਨਵੀਂ ਕੋਈ ਖੇਤੀਬਾੜੀ ਬੇਸਡ ਇੰਡਸਟਰੀ ਲਾਈ ਜਾਵੇ, ਜਿਵੇਂ ਵੇਰਕਾ ਲੱਗੀ ਹੋਈ ਆ, ਕੋਆਪਰੇਟਿਵ ਸਿਸਟਮ ਆ। ਪਰ ਪੈਸਾ ਸਾਰਾ ਜਿਹੜੀ ਲੋਕਾਂ ਨੂੰ, ਤਾਂ ਜਿਹੜੇ ਕਿਸਾਨ ਆ, ਡੇਅਰੀ ਸਿਸਟਮ ਵਾਲੇ ਨੇ, ਉਹਨਾਂ ਨੂੰ ਤਾਂ ਸਿਰਫ ਦੁੱਧ ਦਾ ਪੈਸਾ ਮਿਲਦਾ ਪਿਆ, ਤੇ ਜਿਹੜਾ ਪਨੀਰ ਦਾ ਪੈਸਾ ਉਹ ਖਜ਼ਾਨੇ 'ਚ ਜਾਂਦਾ, ਖਜ਼ਾਨੇ ਤੋਂ ਇਹਨਾਂ ਦੇ ਢਿੱਡਾਂ 'ਚ ਜਾਂਦਾ। ਸੋ ਇਹ ਚੀਜ਼ ਨੂੰ, ਤੁਹਾਡੀ ਗੱਲ ਨੀਅਤ ਨਹੀਂ ਹੈਗੀ ਕੰਮ ਕਰਨ ਦੀ। ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ, ਬਹੁਤ ਸਾਰੇ ਸਾਧਨ ਹੈਗੇ ਨੇ, ਬਟ ਉਹ ਨੀਅਤ ਜਿਹੜੀ ਹੈਗੀ ਆ ਉਹ ਨਹੀਂ ਬਣਦੀ ਹੈਗੀ। ਪਰ ਲੱਗਦਾ ਕਿ ਕੇਜਰੀਵਾਲ ਦੀ ਸਰਕਾਰ ਉਹ ਨੀਅਤ ਦੇ ਨਾਲ 2022 ਦੇ ਵਿੱਚ ਆ ਪਾਊਗੀ। ਬਿਲਕੁਲ ਕਲੀਅਰ ਕੱਟ ਆ। ਘੱਟ ਤੋਂ ਘੱਟ 100 ਸੀਟਾਂ ਲਵਾਂਗੇ ਇਸ ਵਾਰ। ਇਸ ਵਾਰ ਵੀ ਕਹਿੰਦੇ ਸੀਗੇ, ਪਿਛਲੀ ਵਾਰ ਵੀ ਫਿਰ ਆਪੋਜੀਸ਼ਨ ਤਾਂ ਬਣ ਹੀ ਗਏ ਨਾ। ਕਾਨਫੀਡੈਂਸ ਤੇ ਹੋਣਾ ਚਾਹੀਦਾ। ਉਹਦੇ 'ਚ ਤੁਹਾਨੂੰ ਆਪਣੇ ਆਪ 'ਚ ਵਿਸ਼ਵਾਸ ਹੀ ਹੈ ਨਹੀਂ। ਜੇ ਜਿਹਦੇ 'ਚ ਵਿਸ਼ਵਾਸ ਨਹੀਂ, ਉਹ ਤਾਂ ਬਿਲਕੁਲ ਹੀ ਨਹੀਂ ਜਿੱਤ ਸਕਦਾ। ਵਿਸ਼ਵਾਸ ਹੋਣਾ ਚਾਹੀਦਾ। ਨਾਲੇ ਵਿਸ਼ਵਾਸ ਇਸ ਕਰਕੇ ਆ ਕਿ ਪਿਛਲੀ ਵਾਰ ਆਪੋਜੀਸ਼ਨ 'ਚ ਆਏ, ਇਸ ਵਾਰ ਅਕਾਲੀ ਦਲ ਬਿਲਕੁਲ ਜ਼ੀਰੋ ਹੈ। ਕਾਂਗਰਸ ਦੀ ਕੋਈ ਗੱਲਬਾਤ ਹੋ ਨਹੀਂ ਰਹੀ। ਕਾਂਗਰਸ ਦਾ ਵੀ ਕੀ ਆ, ਡਰਾਮੇ ਕਰੀ ਜਾਂਦੇ ਆਪਦੇ, ਰਾਜਨੀਤਿਕ ਦਾਅ ਪੇਚ ਖੇਡ ਕੇ, ਕੋਈ ਰਣਨੀਤੀਆਂ ਚਲਾ ਕੇ ਮਾੜਾ ਮੋਟਾ ਵਾਇਰਲ ਹੁੰਦੇ ਵਿਚਾਰੇ। ਅਦਰਵਾਈਜ਼ ਉਹਨਾਂ ਕੋਲ ਕੁਝ ਰਹਿ ਨਹੀਂ ਗਿਆ। ਲੋਕ ਡਿਸਅਪੁਆਇੰਟਡ ਆ ਤੇ ਰਹੀ ਆਮ ਆਦਮੀ ਪਾਰਟੀ ਗਈ। ਆਮ ਆਦਮੀ ਪਾਰਟੀ ਨੇ ਜਿੱਤਣਾ, ਨਾਲੇ ਬਹੁਤ ਅੱਛੇ ਚਿਹਰੇ ਆ ਜਿਹੜੇ ਹੋਰ ਲੈ ਕੇ ਆਵਾਂਗੇ ਆਮ ਆਦਮੀ ਪਾਰਟੀ 'ਚ। ਲੋਕ ਲੀਡਰਸ ਭਾਲਦੇ ਨੇ। ਤੇ ਬਾਕੀ ਕੇਜਰੀਵਾਲ ਜੀ ਅੱਜ ਅਨਾਉਂਸਮੈਂਟ ਕਰਕੇ ਗਏ, ਜੇ ਕਰਕੇ ਗਏ ਨੇ ਤਾਂ ਪੂਰਾ ਵੀ ਹੋਊਗਾ। ਅਨਮੋਲ ਗਗਨਮਾਨ ਖਰੜ ਤੋਂ
ਆਪਣੀ ਦਾਅਵੇਦਾਰੀ ਠੋਕਣਗੇ ਜਾਂ ਕਿਸੇ ਹੋਰ ਥਾਂ ਤੋਂ ਜਿਹੜੀ ਹੈਗੀ ਆ ਉਹ ਚੋਣ ਲੜੀ ਜਾਊ? ਦੇਖੋ ਇਸ ਚੀਜ਼ ਦੀ ਅਨਾਉਂਸਮੈਂਟ ਬੜੀ ਜਲਦੀ ਕਰਾਂਗੇ, ਕਿਉਂਕਿ ਸਮੇਂ ਤੋਂ ਪਹਿਲਾਂ ਅਫੀਸ਼ੀਅਲ ਅਨਾਉਂਸਮੈਂਟ ਤੋਂ ਪਹਿਲਾਂ ਕੁਝ ਵੀ ਬਿਆਨ ਦੇਣਾ ਸਹੀ ਨਹੀਂ ਹੁੰਦਾ, ਤੇ ਜਦੋਂ ਵੀ ਅਫੀਸ਼ੀਅਲੀ ਫਾਈਨਲ ਹੁੰਦਾ ਤੇ ਤੁਹਾਨੂੰ ਜ਼ਰੂਰ ਪਹਿਲਾਂ ਦੱਸ। ਰੈਫਰੈਂਸ ਕਿਹੜੀ ਰਹਿਣ ਵਾਲੀ ਹੈਗੀ? ਪ੍ਰੈਫਰੈਂਸ ਜਿਹੜੀ ਵੀ ਪਾਰਟੀ ਨੇ ਹੁਕਮ ਕਰਤਾ, ਮੈਨੂੰ ਕੋਈ ਦਿੱਕਤ ਨਹੀਂ। ਮੈਨੂੰ ਜੋ ਉਹਨਾਂ ਨੇ ਕਹਿਤਾ ਵੀ ਅਨਮੋਲ ਤੋਂ ਇੱਥੋਂ ਇਲੈਕਟ ਕਰਨਾ, ਮੈਂ ਮੰਨ ਲੈਣਾ। ਮੈਨੂੰ ਕੋਈ ਉਹ ਕਹਿੰਦੇ ਸਾਰੇ ਪੰਜਾਬ ਤੈਨੂੰ ਪਿਆਰ ਕਰਦਾ, ਜਿੱਥੇ ਵੀ ਭੇਜਦੀ ਹੈ ਲੋਕਾਂ ਦੀ ਡਿਮਾਂਡ ਆ। ਕੋਈ ਕਹਿੰਦਾ ਇੱਥੋਂ, ਸਾਨੂੰ ਫੋਨ ਵੀ ਆਉਂਦੇ ਅਨਮੋਲ ਜੀ ਇੱਥੋਂ ਏਰੀਆ, ਉਹ ਮੈਨੂੰ ਖੁਸ਼। ਕਿਹੜੇ ਏਰੀਆ ਤੋਂ ਫੋਨ ਆ ਰਹੇ ਨੇ? ਸਾਰੇ ਤੋਂ ਆਉਂਦੇ, ਕਿੱਥੋਂ ਕੋਈ ਮਾਨਸਾ ਤੋਂ ਵੀ ਆਉਂਦਾ, ਜਲੰਧਰ ਤੋਂ ਵੀ ਆਉਂਦਾ, ਮੋਹਾਲੀ ਵਾਲੇ ਵੀ ਕਹਿ ਦਿੰਦੇ ਆ ਤੁਸੀਂ ਖਰੜ ਦਾ ਨਾਂ ਲਿਆ। ਖਰੜ ਦੇ ਲੋਕ ਵੀ ਬਹੁਤ। ਤਾਂ ਪਾਰਟੀ ਨੂੰ ਸੀਐਮ ਬਣਾ ਦੇਣਾ ਚਾਹੀਦਾ ਹੈਗਾ। ਨਹੀਂ ਸੀਐਮ ਲਈ ਮੈਂ ਬੜੀ ਛੋਟੀ ਆ ਤੇ ਮੇਰਾ ਰਾਜਨੀਤਿਕ ਐਕਸਪੀਰੀਅੰਸ ਹਾਲੇ ਉਹਨਾਂ ਨਹੀਂ ਹੈ ਮੇਰੇ ਤੋਂ ਕਾਬਲ ਚਿਹਰੇ ਜਿਹੜੇ ਪੰਜਾਬ ਦੀ ਕਮਾਂਡ ਸੰਭਾਲ ਸਕਦੇ। ਜਿਹੜਾ ਇਹੋ ਜਿਹਾ ਗਲਤ ਕਾਰਡ ਪਲੇ ਨਹੀਂ ਕੀਤਾ ਜਾ ਸਕਦਾ ਤੇ ਮੈਨੂੰ ਸਿੱਖਣ ਦੀ ਜ਼ਰੂਰਤ ਆ। ਹਾਲੇ ਮੈਂ ਸਿੱਖਣਾ ਬਹੁਤ ਕੁਝ ਹੈ ਤੇ ਜ਼ਰੂਰ ਤੁਹਾਨੂੰ ਅੱਛਾ ਕਾਬਲ ਸੀਐਮ ਪੰਜਾਬ ਦੇ ਵਿੱਚ ਦਿੱਤਾ ਜਾਊਗਾ। ਬਹੁਤ ਧੰਨਵਾਦ ਗੱਲਬਾਤ ਕਰਨ ਦਾ। ਅਨਮੋਲ ਗਗਨ ਮਾਨ ਕਹਿ ਰਹੇ ਨੇ ਕਿ ਪੰਜਾਬ ਦੀ ਜਨਤਾ ਨਾਲ ਜੋ ਵਾਅਦਾ ਅਰਵਿੰਦ ਕੇਜਰੀਵਾਲ ਕਰਕੇ ਗਏ ਨੇ, ਇਸ ਦੇ ਨਾਲ ਪੰਜਾਬ ਦੀ ਜਨਤਾ ਨੂੰ ਜਿਹੜਾ ਹੈਗਾ ਉਹ ਫਾਇਦਾ ਮਿਲੂਗਾ। ਔਰ ਨਾਲ ਹੀ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੇ ਐਲਾਨ ਜਿਹੜੇ ਹੈਗੇ ਨੇ ਉਹ ਅਰਵਿੰਦ ਕੇਜਰੀਵਾਲ ਦੇ ਵੱਲੋਂ ਆ ਕੇ ਕੀਤੇ ਜਾਣਗੇ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।